विचार आरंभ करने तो पहला गुरु चरणों च हाथ नीचा जी उचारण करो जी। वाहिगुरू जी का खालसा वाहिगुरू जी की फतेह। सतनाम वाहिगुरू ਸਾਹਿਬ जी। श्री राग महला दूजा। राग श्री राग है श्री पावन शब्द गुरु अमरदास महाराज की रचना तो उचारण होया है। जाकिर जाने अपना तन मन अगै तरे। निर्बंध पत्नी है जे जीव रूपी स्त्री पति परमात्मा को अपना जानती है तो सतगुरु कहते फिर वो तन ते मन भेटा कर देंगे। तन ते मन का वैसे होता है कि सब कुछ ही ਉਹਦੇ ਤੋਂ ਕੁਰਬਾਨ ਕਰ ਦਿੱਤਾ ਜੇ ਆਪਣਾ जानती है ਤਾਂ ਬਹੁਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਚਨ ਆਏ ਕਿ तेरे दर्शन बिटो खाली है वंजा तेरे नाम बिटो कुर्बानो। जब शीश वड्डे कर बह सकती थी अनेका शब्द है जिनका अपने आप को कुर्बान करने तैयार है बस वो ही दर्शन दीजिए रवि भर थोड़े दर्शन होया ना। इतने महाराज यही गल कहते कि जाप फिर जाना अपना तापमान अगे करके जे जीव रूपी स्त्री परमात्मा को अपना जानती है फिर ताप के पापों को सौंप देती है जी। सो अग्नि कर्म बाबुनिया से कर्म करे। सुहागना वही कर्म कमाउंदी है जो वाहिगुरू को चंगा लगता है। गुरमुख किहड़ा कर्म करते जो गुरु को चंगा लगता है। गुरमुख बने तो जो गुरु साहब के उपदेश की कमाई कर सकता है। भगत जन जोड़े ने वो भगती कमाते हैं वो वाहिगुरू की रजा च राजी रहते हैं। इस तरह जीव की स्थिति वो वाहिगुरू की रजा च राजी हो जाती वही कर्म करती है जो वाहिगुरू को चंगा लगता है जी। सहजे साज मिला गुणा साज वडाई दे। आत्मक अडोलता च मिल के ना ਉਹਦੇ ਨਾਲ ਮਿਲਾਪ ਹੋ ਜਾਂਦਾ ਹੈ ਤੇ ਸੱਚੀ ਫਿਰ ਉਹ ਵਡਿਆਈ ਬਖਸ਼ਿਸ਼ ਕਰਦਾ ਹੈ। ਇੱਕ ਤਾਂ ਹੈਗਾ ਕਿ ਸੱਚ ਦੇ ਮਾਰਗ 'ਤੇ ਚੱਲਿਆ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਵਾਹਿਗੁਰੂ ਦਾ ਤੇ ਦੂਸਰੀ ਸ਼ੋਭਾ ਮਿਲਦੀ ਹੈ ਜੀ। ਵੱਡੇ ਦੀਆਂ ਵਡਿਆਈਆਂ ਕਰ ਕਰਕੇ ਮਨੁੱਖ ਆਪ ਵੀ ਵੱਡਾ ਬਣ ਜਾਂਦਾ ਹੈ। ਵੱਡੇ ਦੇ ਨਾਲ ਜੁੜ ਕੇ ਮਨੁੱਖ ਵੀ ਵੱਡਾ ਬਣ ਜਾਂਦਾ ਹੈ। ਜਪਦਿਆਂ ਜਪਦਿਆਂ ਦਾ ਰੂਪ ਹੋ ਜਾਂਦਾ ਹੈ। ਸਮਾਜ ਅੰਦਰ ਦੇ ਅੰਦਰ ਜਿੱਥੇ ਰੱਬ ਤੇ ਗੁਰੂ ਦੀ ਸੰਸਾਰ ਵਡਿਆਈ ਕਰਦੇ ਉੱਥੇ ਜਪਣ ਵਾਲਿਆਂ ਦੀ ਵਡਿਆਈ ਹੁੰਦੀ ਹੈ। ਬਹੁਤ ਬਚਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਾਗ ਪੂਜ ਰਾਵਾ ਦਿਨਾਂ ਨੇ ਵਾਹਿਗੁਰੂ ਦੀ ਪੂਜਾ ਕੀਤੀ ਉਹਨਾਂ ਨੂੰ ਜਪਿਆ ਸੰਸਾਰ ਨੇ ਉਹਨਾਂ ਦੀ ਵੀ ਸ਼ੋਭਾ ਕੀਤੀ। ਜਪਣ ਵਾਲਿਆਂ ਦੀ ਵਡਿਆਈ ਸੰਸਾਰ ਕਰਦਾ ਹੈ ਸੱਚ ਨਾਲ ਮਿਲਾਪ ਹੋ ਜਾਂਦਾ ਹੈ ਸੱਚੀ ਹੀ ਸ਼ੋਭਾ ਹੁੰਦੀ ਹੈ। ਭਾਈ ਨੇ ਗੁਰ ਬਿਨ ਭਗਤ ਨਾ ਹੋਏ। ਇਹ ਭਾਈ ਗੁਰੂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਦੱਸਦੇ ਕਿ ਕਈ ਵਾਰੀ ਬੇਨਤੀ ਕੀਤੀ ਜਿਹੜਾ ਗੁਰੂ ਕੋਲ ਨਹੀਂ ਚੱਲ ਕੇ ਆਉਂਦਾ ਉਹ ਭਗਤੀ ਵੀ ਨਹੀਂ ਕਰ ਸਕਦਾ। गुरु के राही ही भगती की जा सकती है। जो गुरु साहब का प्यार नहीं है गुरु साहब की सिक्ख्या नहीं है जीवन च उपदेश की कमाई नहीं है फिर भगती भी कैसी है। भाई ने बोल पेट भगत ना हो भगती किस तरह करनी है किहड़े गुण धारण करने हैं किस तरह के सारा गुरु साहब जी भी सीखते हैं। जो जीवन च गुरु ही नहीं है फिर भगती भी नहीं। गुरु अमरदास महाराज का जीवन है 21 साल गंगा ते गए गुरु नहीं है। भगती तो करते हैं भगती ही गंगा ते जाके इशनान करना जपन वालियां दे कोल नाल पर जीवन च गुरु नहीं ही प्राप्ति कोई नहीं। प्राप्ति उस दिन हुई जिस दिन जीवन च गुरु आया। क्योंकि 12 साल की सेवा तो गंगा 21 साल गए हैं
ਤੇ ਰੱਬ ਬਣ ਕੇ 12 ਸਾਲ ਦੀ ਸੇਵਾ ਤੋਂ ਰੱਬ ਨੂੰ ਹੋਵੇ। ਇਹਦਾ ਮਤਲਬ ਹੈ ਗੁਰੂ ਤੋਂ ਬਗੈਰ ਗਿਆਨ ਨਹੀਂ ਹੈ, ਗੁਰੂ ਤੋਂ ਬਗੈਰ ਭਗਤੀ ਨਹੀਂ ਹੈ। ਰੱਬ ਦੀ ਪ੍ਰਾਪਤੀ ਗੁਰੂ ਦਾ ਹੀ ਹੋ ਸਕਦੀ। ਭਾਈ ਗੁਰੂ ਤੋਂ ਟੁੱਟ ਕੇ ਭਗਤੀ ਨਹੀਂ ਕੀਤੀ ਜਾ ਸਕਦੀ ਹੈ। ਜੇ ਸਾਰੀ ਸ੍ਰਿਸ਼ਟੀ ਬੋਝ ਹੈ ਵੀ ਮੈਂ ਭਗਤੀ ਕਰਨੀ ਹੈ, ਮੈਂ ਭਗਤ ਬਣਨਾ ਹੈ, ਮਹਾਰਾਜ ਕਹਿੰਦੇ ਗੁਰੂ ਤੋਂ ਬਗੈਰ ਭਗਤ ਨਾ ਪਾਈਏ। ਭਗਤੀ ਗੁਰੂ ਤੋਂ ਬਗੈਰ ਪ੍ਰਾਪਤ ਨਹੀਂ ਹੋ ਸਕਦੀ। ਗੁਰੂ ਉਦਮ ਦਿੰਦਾ ਹੈ, ਗੁਰੂ ਧੀਰਜ ਦਿੰਦਾ ਹੈ, ਗੁਰੂ ਹੌਸਲਾ ਦਿੰਦਾ ਹੈ, ਗੁਰੂ ਸਿੱਖਿਆ ਦਿੰਦਾ ਹੈ, ਗੁਰੂ ਗਿਆਨ ਦਿੰਦਾ ਹੈ। ਤੇ ਭਗਤੀ ਵੀ ਫਿਰ ਤਾਂ ਹੋਏਗੀ ਨਾ। ਸੋਚਦੇ ਤੇ ਸਾਰੇ ਕਿਹੜਾ ਰੱਬ ਨੂੰ ਮਿਲਣਾ ਨਹੀਂ ਚਾਹੁੰਦਾ ਵੀ ਇੱਥੇ, ਸਾਰੇ ਮਿਲਣਾ ਚਾਹੁੰਦੇ ਆ। ਵੇਦ ਕਰਨਾ ਕਿ ਸਿਪਾਹੀਏ ਨਾਹੀ, ਜੇ ਬਹੁਤ ਤੇਰਾ ਧਾਵੇ ਬਹੁਤ ਧਾਵੇ ਦੌੜੇ ਭੱਜੇ ਮੈਂ ਕਿਹਾ ਭਗਤੀ। ਮਹਾਰਾਜ ਕਹਿੰਦੇ ਗੁਰੂ ਤੋਂ ਬਗੈਰ ਨਹੀਂ। ਗੁਰੂ ਹੀ ਭਗਤੀ ਦਾ ਦਾਨ ਦਿੰਦਾ ਹੈ। ਤੇ ਜਿਹਦੇ ਕੋਲ ਦਾਨ ਹੈ ਭਗਤੀ ਦਾ, ਭਗਤ ਵੀ ਹੋਈ ਹੈ। ਭਗਤੀ ਦੀ ਕਮਾਈ ਕੀਤੀ ਜਾਂਦੀ, ਉਹ ਕਮਾਈ ਗੁਰੂ ਕਰਾਉਂਦਾ ਹੈ। ਤੇ ਮਹਾਰਾਜ ਕਹਿੰਦੇ ਬਿਨਾਂ ਗੁਰੂ ਤੋਂ ਭਗਤ ਨਹੀਂ ਹੋ ਸਕਦੀ। ਸਾਰਾ ਸੰਸਾਰ ਹੀ ਵੈਸੇ ਤੇ ਪੁੱਛਦਾ ਹੈ ਕਿ ਮੈਂ ਵੀ ਭਗਤ ਬਣਾ, ਮੈਂ ਵੀ ਭਗਤੀ ਕਰਾਂ, ਮੈਂ ਵੀ ਚੱਲਾਂ। ਸਾਰੇ ਨਹੀਂ ਜਾ ਸਕਦੇ, ਗੁਰੂ ਬਖਸ਼ਿਸ਼ ਕਰਦਾ ਹੈ। ਵਿਸ਼ਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਮਹਾਰਾਜ ਕਹਿੰਦੇ 84 ਲੱਖ ਦਾ ਫੇਰ ਪਿਆ। ਅਸੀਂ ਆਏ ਹਾਂ ਤਾਂ 84 ਲੱਖ ਜਨਮ ਹੋ ਚੁੱਕੇ ਹੈ ਤੇ ਹੁਣ ਤਰਸ ਦੇ ਆਧਾਰ ਤੇ ਸਾਨੂੰ ਜਨਮ ਮਿਲਿਆ ਹੈ। ਹਾਂ ਹੁਣ ਇਹ ਕਾਮਨ ਜੀਵ ਰੂਪੀ ਇਸਤਰੀ ਦੂਜੇ ਭਾਵ ਨਾਲ ਜੁੜ ਜਾਂਦੀ ਹੈ। 84 ਦਾ ਗੇੜ ਫਿਰ ਤੋਂ ਸ਼ੁਰੂ ਹੈ। ਇੱਕ ਤੇ 84 ਲੱਖ ਤੇ ਆਏ ਚੱਲੇ ਹਾਂ ਕਿ ਸਾਨੂੰ ਤਰਸ ਦੇ ਆਧਾਰ ਤੇ ਮਨੁੱਖਾ ਜਨਮ ਮਿਲਿਆ। ਜੇ ਹੁਣ ਨਹੀਂ ਤੇ ਫਿਰ ਭਾਈ 84 ਦਾ ਗੇੜ ਫਿਰ ਤੋਂ ਸ਼ੁਰੂ ਹੋ ਜਾਣਾ। ਅਸੀਂ ਦੂਜੇ ਭਾਵ ਨਾਲ ਜੁੜ ਗਏ ਨਾ। ਇੱਕ ਦੀ ਭਗਤੀ ਨਹੀਂ ਕੀਤੀ, ਗੁਰੂ ਰਾਹੀਂ ਭਗਤੀ ਨਹੀਂ ਕੀਤੀ ਹੈ, ਫਿਰ 84 ਲੱਖ ਦੇ ਗੇੜ 'ਚ ਪੈ ਗਏ। ਬਗੈਰ ਨੀਂਦ ਦਾ ਤੇ ਅਰਥ ਸ਼ਾਂਤੀ ਹੈ। ਗੁਰੂ ਤੋਂ ਬਗੈਰ ਸ਼ਾਂਤੀ ਨਹੀਂ ਆਏਗੀ। ਦੁਖੀ ਰਹਿਣ ਦੇ ਹੈ ਜੀਵਨ ਰੂਪੀ ਜਿਹੜੀ ਰਹਿਣ ਹੈ, ਰਾਤ ਹੈ, ਉਹ ਦੁੱਖਾਂ ਦੀ ਪ੍ਰਤੀਤ ਹੁੰਦੀ ਹੈ। ਜਿਹੜੇ ਮਨਮੁਖ ਆਪ ਬਦਲੇ ਉਹ ਸਾਰਾ ਜੀਵਨ ਉਹ ਦਾਸ ਨੇ ਇੱਕ ਦਿਨ ਬੇਨਤੀ ਕੀਤੀ, ਮਨਮੁਖ ਦੁੱਖ ਦਾ ਖੇਤ ਹੈ, ਦੁੱਖ ਬੀਜਾ ਦੁੱਖ। ਗੁਰੂ ਤੋਂ ਬਗੈਰ ਜੀਵਨ 'ਚ ਸ਼ਾਂਤੀ ਨਹੀਂ ਹੈ। ਸ਼ਾਂਤੀ ਦਾ ਰੁਝਾਨ ਵੀ ਜਦੋਂ ਬੰਦਾ ਰੱਬ ਦੀ ਰਜ਼ਾ 'ਚ ਆ ਗਿਆ ਕਿ ਵਾਹਿਗੁਰੂ ਜੋ ਕਰ ਰਿਹਾ ਉਹਦਾ ਹੁਕਮ ਹੈ, ਫਿਰ ਤੇ ਆਪੇ ਸ਼ਾਂਤੀ ਹੈ। ਫਿਰ ਤੇ ਕੋਈ ਫਿਕਰ ਹੀ ਨਹੀਂ ਹੈ ਨਾ ਵੀ ਜੋ ਕਰੇਗਾ ਉਹ ਕਰ ਰਿਹਾ, ਤੇ ਜੋ ਕਰੇਗਾ ਉਹ ਭਲਾ ਹੀ ਹੈ, ਤੇ ਜੋ ਕਰ ਰਿਹਾ ਉਹ ਸਾਨੂੰ ਮੰਨਣਾ ਚਾਹੀਦਾ। ਜਿਹੜਾ ਮੰਨ ਲੈਂਦੇ ਉਹਦੇ ਜੀਵਨ 'ਚ ਸ਼ਾਂਤੀ ਹੈ। ਤੇ ਕਲਪਦੇ ਕੌਣ ਇਹ ਕਿਉਂ ਹੋ ਗਿਆ ਵੀ ਇਹ ਨਹੀਂ ਹੋਣਾ ਚਾਹੀਦਾ, ਇਹ ਕਿਵੇਂ ਹੋ ਗਿਆ? ਉਹ ਫਿਰ ਜੀਵਨ 'ਚ ਰੌਲਾ ਗੋਲਾ ਹੀ ਸਾਰਾ ਬਣਿਆ ਰਹਿੰਦਾ ਹੈ। ਮਹਾਰਾਜ ਕਹਿੰਦੇ ਗੁਰੂ ਤੋਂ ਬਗੈਰ ਇੱਕ ਤਾਂ ਹੁੰਦਾ ਵੀ ਚਲੋ ਜੀਵਨ 'ਚ ਗੁਰੂ ਨਾਲ ਚੈਨ ਦੀ ਨੀਂਦ ਵੀ ਮਨੁੱਖ ਸੌਂਦਾ ਹੈ। ਜੇ ਆਪਾਂ ਇਹ ਵੀ ਇਹਦੇ ਅਰਥ ਕਰ ਲਈਏ ਕਿ ਜਦੋਂ ਅਸੀਂ ਸਮਰਪਿਤ ਹੀ ਗੁਰੂ ਸਾਹਿਬ ਨੂੰ ਹੋ ਗਏ ਫਿਰ ਤੇ ਆਨੰਦ ਹੈ, ਜੀਵਨ 'ਚ ਚੈਨ ਹੈ, ਸ਼ਾਂਤੀ ਹੈ, ਖੁਸ਼ੀ ਹੈ, ਪ੍ਰਸੰਨਤਾ ਹੈ ਵੀ ਉਹਦੀ ਰਜ਼ਾ 'ਚ ਆ। ਜਿਵੇਂ ਉਹ ਰੱਖੇਗਾ ਉਹ ਹੀ ਰਹਿਣਾ ਹੈ। ਮਹਾਰਾਜ ਕਹਿੰਦੇ ਨਹੀਂ ਕਿ ਫਿਰ ਦੁਖੀ ਜੀਵਨ ਮੁਕਤੀ ਰਾਤ ਨੂੰ ਬਤੀਤ ਹੁੰਦੀ ਹੈ। ਗੁਰੂ ਦੀ ਸਿੱਖਿਆ ਤੋਂ ਬਗੈਰ ਪਰਮਾਤਮਾ ਨਹੀਂ ਮਿਲਦਾ। ਫਿਰ ਤਾਂ ਜਿੱਥੇ ਪਤੀ ਹੈ ਪੇਟ ਸ਼ਬਦ ਹੈ, ਫਿਰ ਨਾ ਪਾਈਏ ਫਿਰ ਤਾਂ ਜੜ ਗਵਾਏ। ਜੇ ਰੱਬ ਨਹੀਂ ਮਿਲਿਆ ਤੇ ਜੜ ਵਿਅਰਥ ਹੈ। ਕਾਮਯਾਬ ਉਹ ਮਨੁੱਖ ਹੈ ਜਿਹੜਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਨਹੀਂ ਤੇ ਅਸੀਂ ਹਾਰ ਕੇ ਜਾਣਾ ਚਾਹੁੰਦੇ। ਜਵਾਬੀ ਦੋਏ ਹੱਥ ਝਾੜ ਬੰਦਾ ਉਦੋਂ ਘਾਟਾ ਪੈਂਦਾ ਨਾ, ਫਿਰ ਹੱਥ ਮਲਦਾ ਹੈ। ਤੇ ਮਹਾਰਾਜ ਕਹਿੰਦੇ ਜੇ ਜੀਵਨ 'ਚ ਭਗਤੀ ਨਹੀਂ ਹੈ, ਰੱਬ ਦੀ ਪ੍ਰਾਪਤੀ ਨੂੰ ਜਨਮ ਨਹੀਂ ਮਿਲਿਆ
ਤੇ ਫਿਰ ਇੱਕ ਦਿਨ ਹਾਰ ਕੇ ਮਨੁੱਖ ਤੁਰ ਜਾਂਦਾ ਹੈ। ਆਹ ਕਰਤੇ ਜਗ ਫਿਰੀ, ਨਾ ਧਨ ਸਭੈ ਨਾਦ। ਸਤਿਗੁਰੂ ਕਹਿੰਦੇ ਲੁਕਾਈ ਹਉ ਹਉ ਕਰਦੀ ਫਿਰਦੀ ਹੈ, ਹਉਮੈ ਚ ਪਈ ਹੋਈ ਹੈ। ਤੇ ਇਸ ਗੱਲ ਦੀ ਇਹਨੂੰ ਸਮਝ ਨਹੀਂ ਹੈ ਵੀ ਨਾ ਧਨ ਸਭੈ ਨਾਲ, ਧਨ ਨੇ ਮਾਇਆ ਦੇ ਨਾਲ ਨਹੀਂ ਰਹਿਣਾ। ਧਨ ਦਾ ਘਰ ਲੁਕਾਈ ਕਰਦੇ ਜਿਹਦੇ ਕੋਲ ਚਾਲ ਪਈ ਹੈ, ਉਹ ਮੈਂ ਤੇਰੀ ਚ ਪਿਆ ਹੋਇਆ ਹਉਮੈ ਦਾ ਸ਼ਿਕਾਰ ਹੋ ਗਿਆ। ਇਸ ਮੂਰਖ ਨੂੰ ਇਸ ਗੱਲ ਦਾ ਨਹੀਂ ਪਤਾ, ਜਿਸ ਧਨ ਦੀ ਹਉਮੈ ਕਰ ਰਹੇ ਤੇ ਧਨ ਇੱਥੇ ਹੀ ਰਹਿ ਜਾਣਾ, ਨਾਲ ਨਹੀਂ ਜਾਣਾ। ਹਾਂ, ਉਸ ਧਨ ਦੀ ਹਉਮੈ ਨਾਲ ਜਾਂਦੀ ਹੈ, ਧਨ ਨਾਲ ਨਹੀਂ ਜਾਂਦਾ। ਮੰਨ ਲਓ ਕੋਈ ਰਿਸ਼ਤੇਦਾਰ ਹੈ, ਕਿਸੇ ਰਿਸ਼ਤੇਦਾਰੀ 'ਚ ਗਿਆ, ਉੱਥੇ ਨੂੰ ਉਹਦੇ ਕੋਲ ਜਿਹੜਾ ਤਗੜਾ ਰਿਸ਼ਤੇਦਾਰ ਹੋਵੇ ਨਾ, ਉਹ ਆਪਣਾ ਹੋਰ ਤਰੀਕੇ ਨਾਲ ਉੱਥੇ ਵਰਤਦਾ। ਧਨ ਤੇ ਉਹਦੇ ਕੋਲ ਜੇਬ 'ਚ ਇੰਨਾ ਨਹੀਂ ਹੁੰਦਾ, ਘਰੇ ਪਏ ਧਨ ਦਾ ਉੱਥੇ ਹੰਕਾਰ ਕਰਦੇ ਤੇ ਸਤਿਕਾਰ ਕੋਈ ਨਹੀਂ ਜਿਹਨੂੰ ਉੱਥੇ ਮਿਲਦਾ। ਕਿਸੇ ਨੂੰ ਕਿਸੇ ਦੇ ਧਨ ਨਾਲ ਕੀ ਮਤਲਬ ਹੈ, ਉਹਦੇ ਤੇ ਇੱਕ ਦੂਸਰੇ ਦਾ ਸਤਿਕਾਰ ਚਾਹੀਦਾ ਹੈ। ਧਨ ਦਾ ਹੰਕਾਰ ਨਹੀਂ ਮਨੁੱਖ ਛੱਡਦਾ, ਧਨ ਮਨੁੱਖ ਨਾਲ ਨਹੀਂ ਜਾਂਦਾ। ਉਹ ਕਾਹਨੂੰ ਬਾਦਸ਼ਾਹ ਨੂੰ ਬਾਅਦ ਨੇ ਠੀਕਰੀਆਂ ਇਕੱਠੀਆਂ ਕਰਕੇ ਇਹੀ ਨਹੀਂ ਸਮਝਾਇਆ ਸੀ। ਉਹ ਆਪ ਹੀ ਕਹਿੰਦਾ ਜੀ ਠੀਕਰੀਆਂ ਕਿਹੜੀਆਂ ਨਾਲ ਜਾਣੀਆਂ, ਮਹਾਰਾਜ ਕਹਿੰਦੇ ਧਨ ਕਿਹੜਾ ਨਾਲ ਜਾਣਾ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ। ਹਉ ਹਉ ਕਰਤੀ ਜਗ ਫਿਰੀ, ਇਹ ਲੁਕਾਈ ਜਿਹੜੀ ਹੈ ਹਉ ਹਉ ਕਰਦੀ ਫਿਰਦੀ ਹੈ। ਮਹਾਰਾਜ ਕਹਿੰਦੇ ਮਾਇਆ ਧਨ ਨਾਲ ਨਹੀਂ ਜਾਂਦਾ ਹੈ ਜੀ। ਅੰਤੇ ਨਾਮ ਨਾ ਚੇਤਾਈ, ਸਭ ਬਾਤੇ ਚਮਕਾਰ। ਗਿਆਨ ਤੋਂ ਹੀ ਨਹੀਂ ਲੁਕਾਈ, ਨਾਮ ਨਹੀਂ ਜਪਦੀ ਹੋ। ਅੰਧੇ ਨਾਮ ਨਾ ਚੇਤੇ, ਤੂੰ ਨਾਮ ਨਹੀਂ ਚੇਤੇ ਕਰਦਾ, ਨਾਮ ਨਹੀਂ ਸਿਮਰਦਾ। ਸਭ ਬਾਤੀ ਜਮਕਾਰ, ਸਾਰੀ ਲੁਕਾਈ ਜਿਹੜੀ ਵਿਕਾਰਾਂ ਦੇ ਵਿੱਚ ਪਈ ਹੋਈ ਹੈ, ਬੰਧਨਾਂ 'ਚ ਬਚੀ ਹੋਈ ਹੈ। ਬੰਧਨ ਤਾਂ ਜਿਹੜੇ ਟੁੱਟਣੇ ਆ, ਜੇ ਤੈਨੂੰ ਗੁਰੂ ਕਿਰਪਾ ਕਰੇਗਾ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਨਾਦ। ਉਹਨਾਂ ਇਤਿਹਾਸ ਲੰਘਿਆ ਇੱਕ ਦਿਨ 4-5 ਦਿਨ ਹੋ ਗਏ ਸ਼ਾਦ ਨੂੰ। ਰੁਸਤਮ ਰਾਓ ਤੇ ਬਾਲਾ ਰਾਓ ਦਾ ਦੋ ਭਰਾ ਸਨ। ਉਹਨਾਂ ਨੂੰ ਸਮੇਂ ਦੇ ਰਾਜੇ ਨੇ ਕੈਦ 'ਚ ਪਾਇਆ ਹੋਇਆ। ਅਸੀਂ ਆਜ਼ਾਦ ਕਿਵੇਂ ਹੋ ਸਕਦੇ ਆ? ਇਤਿਹਾਸ ਹੈ ਸਾਡੇ ਕੋਲ। ਇੱਕ ਜਿਹੜਾ ਸਿੰਘ ਉੱਥੇ ਪਹਿਰੇਦਾਰੀ ਕਰਦਾ ਹੈ ਨਾ, ਜਿਹੜਾ ਉਹਨਾਂ ਨੂੰ ਕੈਦ 'ਚ ਪਾਇਆ, ਜਦੋਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਰਾਜੇ ਕਹਿੰਦੇ ਹਨ ਕਿ ਉਹਨਾਂ ਦੀਆਂ ਅਸਥੀਆਂ ਹੀ ਬਾਹਰ ਨਿਕਲਦੀਆਂ ਹਨ, ਜਿਉਂਦਾ ਬੰਦਾ ਨਹੀਂ ਬਾਹਰ ਨਿਕਲਦਾ। ਉਸ ਕਿਲ੍ਹੇ 'ਚ ਵੀ ਕੋਈ ਜਿਉਂਦਾ ਬੰਦਾ ਚਲੇ ਤੇ ਜਾਂਦਾ ਸੀ, ਜਿਉਂਦਾ ਬਾਹਰ ਨਹੀਂ ਆਉਂਦਾ। ਕੈਦੀ ਜਿਹੜਾ ਖਾਸ ਕਰਕੇ ਉਹ ਸਿੱਖ ਜਿਹੜਾ ਪਹਿਰੇਦਾਰ ਸੀ ਨਾ, ਉਹ ਰੋਜ਼ ਬਾਣੀ ਪੜ੍ਹਦਾ ਸੁਖਮਨੀ ਸਾਹਿਬ ਦੀ। ਪੰਗਤੀ ਆਉਂਦੀ ਵਿੱਚ ਸਤਿਗੁਰ ਸਿੰਘ ਮਦਨ ਘੱਟ ਗੁਰਦਾ ਸਿੰਘ ਵਿਕਾਰ ਕੇ ਆਉਂਦੇ, ਕਿ ਉਹ ਕੈਦੀ ਬਾਣੀ ਸੁਣਦੇ ਹੈ, ਸੁਣਨੀ ਪੈਂਦੀ ਹੈ ਕਿਉਂਕਿ ਉਹ ਪਹਿਰੇ ਤੇ ਖੜਾ ਹੁੰਦਾ। ਇੱਕ ਦਿਨ ਇਹਨਾਂ ਦੋਵਾਂ ਭਰਾਵਾਂ ਨੇ ਪੁੱਛ ਲਿਆ, ਕਹਿੰਦੇ ਭਾਈ ਸਾਹਿਬ ਕੀ ਪੜ੍ਹਦੇ ਹੋ? ਪੜ੍ਹਦੇ ਰਹਿੰਦੇ ਹੋ ਸਦਾ ਹੀ ਆਪਣੇ ਰਸਮਾਂ। ਕਹਿੰਦੇ ਗੁਰੂ ਦੀ ਬਾਣੀਆਂ ਸੁਣ ਦਿੰਦੀ ਹੈ, ਬੰਧਨ ਕੱਟ ਦਿੰਦੀ ਹੈ, ਇਹ ਆਜ਼ਾਦੀ ਬਖਸ਼ਿਸ਼ ਕਰਦੀ ਹੈ, ਸ਼ਾਂਤੀ ਬਖਸ਼ਿਸ਼ ਕਰਦੀ ਹੈ, ਰੱਬ ਨਾਲ ਬਣਾਉਂਦੀ ਹੈ। ਉਹ ਕਹਿੰਦੇ ਫਿਰ ਸਾਡੇ ਬਾਣੀ ਬੰਧਨ ਕੱਢੇ ਵੀ ਕਹਿੰਦੇ ਪੜ੍ਹਿਆ ਕਰੋ। ਉਹਨੇ ਜਪਜੀ ਸਾਹਿਬ ਕੰਠ ਕਰਾ ਦਿੱਤਾ, ਸੁਖਮਨੀ ਸਾਹਿਬ ਅੱਗੇ ਅੱਗੇ ਪੜ੍ਹ ਦੋ ਪਿੱਛੇ, ਤੇ ਕਹਿੰਦੇ ਗੁਰੂ ਕਿਰਪਾ ਕਰੇਗਾ ਸਾਨੂੰ ਕਿਤੇ ਰਿਹਾਈ ਮਿਲੇਗੀ। ਇੱਥੋਂ ਦੇ ਜੋਦਾ ਬੰਦਾ ਕੋਈ ਵਾਪਸ ਨਹੀਂ ਨਿਕਲਿਆ। ਕਹਿੰਦੇ ਫਿਰ ਹੋਇਆ ਕਿ ਵੀ ਇੱਕ ਦਿਨ ਬਖਸ਼ਿਸ਼ ਵਰਤੀ, ਅੱਧੀ ਰਾਤ ਬਾਣੀ ਪੜ੍ਹ ਰਹੇ ਨੇ ਬੜੇ ਪਿਆਰ ਦੇ ਨਾਲ। ਮਹਾਰਾਜ ਨੰਦੇੜ ਸਨ ਜਦੋਂ ਇਹ ਘਟਨਾ ਲਿਖੀ ਕਵੀ ਸੰਤੋਖ ਦੇ ਨਾਲ। ਕਹਿੰਦੇ ਵੀ ਉਹਨਾਂ ਨੂੰ ਨਾ ਘੋੜੇ ਦੇ ਟਾਪਾਂ ਦੀ ਆਵਾਜ਼ ਸੁਣਾਈ ਦਿੱਤੀ ਅੱਧੀ ਰਾਤ ਜਦੋਂ ਬਾਣੀ ਪੜ੍ਹ ਰਹੇ ਹਨ। ਉਸ ਕਿਲ੍ਹੇ ਦੇ ਨੇੜੇ ਤੇੜੇ ਕੋਈ ਨਹੀਂ ਆਉਂਦਾ, ਜਿਹੜੇ ਨਹੀਂ ਆਉਂਦਾ ਰਾਤ ਨੂੰ ਤੇ ਆਉਣਾ। ਜਦੋਂ ਉਹਨਾਂ ਨੂੰ ਆਵਾਜ਼ ਸੁਣੀ, ਥੋੜ੍ਹੇ ਜਿਹੇ ਚਕੰਨੇ ਹੋਏ ਕਿਉਂਕਿ ਬਾਣੀ ਪੜ੍ਹ ਰਹੇ ਹਨ, ਚੁਕੰਨੇ ਹੋਏ ਵੀ ਕੋਈ ਆ ਗਿਆ। ਤੇ ਉਹ ਬਾਣੀ ਪੜ੍ਹ ਰਹੇ ਸਨ, ਸਾਹਮਣੇ ਘੋੜਾ ਆ ਕੇ ਖੜ੍ਹ ਜਾਂਦਾ ਤੇ ਦਸਵੇਂ ਪਾਤਸ਼ਾਹ ਜੀ ਬੈਠੇ ਹੋਏ। ਸਿੱਖ ਨੇ ਨਮਸਕਾਰ ਕੀਤੀ, ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਉਹਨਾਂ ਨੇ ਜਦੋਂ ਨਾਂ ਸੁਣਿਆ, ਉਹਨਾਂ ਨੇ ਉਹਦਾ ਮੱਥਾ ਟੇਕਿਆ। ਰੁਸਤਮ ਰਾਓ ਤੇ ਬਾਲਾ ਰਾਓ ਬੜੇ ਪਿਆਰ ਦੇ ਨਾਲ। ਚਲੋ ਸ਼ਰਧਾ ਜੀ ਵੀ ਬਣ ਜਾਂਦੀ। ਉਹ ਕਿਹੜੇ ਧਰਮ ਨੂੰ ਮੰਨਦੇ ਇੱਥੇ ਵੀ ਮੈਨੇ ਨਹੀਂ ਰੱਖਦਾ।
इतने अंदर प्रेम होना चाहिए। जिन प्रेम की होते हैं कि प्राप्त दसवें पातशाह के वचन हो सकता होर धर्म वाला इतों ज़्यादा खुशी लै जाए तो मैं अपने आप को बहुत सेवक बनाने वाला गुरु साहब की बख्शिश तो वध जा ही लवां। इतने अंदर की भावना किसी की कि नहीं हो सकती। वो खुद को मनुख को इस गल का पता होता जब गुरु समझ लेता है। अं शरीर वेखते हैं, अं बाहरी पहरावा वेख के किसी का अंदाजा ला रहे हैं फलाना जो फलाना। महाराज कहते महाराज बोले कहते भाई तुहानू रिहा कराउण आए उठो। वो कहते जी बेड़ियां ते कड़ियां कट्टा होना हो नहीं सकते। महाराज कहते वाहगुरू कह के उठो तो सही। जो उन्होंने वाहगुरू कह के उठे ना तो कहते बेड़ियां ते कड़ियां टुट के धरती से डिग गया। महाराज बाहर खड़े हुए कहते महाराज अगे जंगला बड़ा सख्त लगा हुआ बाहर नहीं निकल सकते। महाराज कहते वाहगुरू कह के बाहर आ जाओ कि लॉक टुटा तो बाहर के जी कवि ने बोल लिखे कहते महाराज कहते हम घोड़े दियां रकाबां पकड़ लो। एक उस पासे की एक उस पासे की महाराज घोड़े तो उतरे ने तो महाराज पंछी की तरह उड़ा के उन्होंने किले चो बाहर लैके जाते हैं। जो इतिहासकार ने लिखे है जो पंछी नहीं उड़ता महाराज का घोड़ा इस तरह उड़िया है किले के विचों। इन्होंने दोवां भरावां को महाराज ने आज़ादी बख्शिश की। सतगुरु आही तो गल कहते हैं भी भलिओ तुसीं जमां दे वस पै दे तो नाम नूं नहीं चेते करते हो। सतगुरु वकारा तो जमा तो सानू आज़ादी देता है। वकार काम क्रोध लोभ मोह अहंकार जम अगे सानू मिलणगे। महाराज कहते जप के सही आज़ादी गुरु साहब ने बख्शिश करनी है। लुकाई जी ज्ञान को ही नहीं गुरु तो बेमुख हो के वो सारी जप काल के वस पै रही है। सतगुर मिलिया धन पाया हर नाम हृदय संभाल। जो सतगुरु मिल पैंदे फिर नाम धन भी सिख प्राप्त कर लेंगे तो नाम को हिरदे च संभाल लेंगे। गुरु नाम को संभाल के रखने की जुगत दसदे। नाम जपना भी है अं धन मेहनत करके लियाने तो संभाल के भी रखना चाहिए। मान लो जो कोई कारोबार करता है दुकान को हिसाब में होता जिन्हें पैसे लटा देगा तो कोई सुख नहीं ना धन नहीं रहेगा। उन्होंने फिर वेख के वरतने पैंते हैं। महीने बाद कोई तनख्वाह लेंगे वो वेखता फिर भाई पानी का बिल उतारना ये बिजली का बिल उतारना इन्ने पैसे खाना पासे सौदे में लग गए इन्ने पैसे। वो फिर पैसे की संभाल करते हैं जी उन्होंने बचाने का यतन करता है। नाम जपना भी तो इसकी संभाल भी करनी है सुरत च लैके जाना। गुरु नाम की बख्शिश भी करता है तो गुरु संभाल के रखने की जरूरत भी दसदा है। नाम रते श्री निर्मले गुर कै सहज सुभाई। कहते सहज सुभाई गुरु नाल जुड़ के वो नाम विच रखे जाते हैं तो नाम नाल रते होने करके गुरु निर्मल हो जाते हैं। अंदरों कोमल पवित्र सुचे। महाराज कहते हो फिर जोड़ा पवित्र है निर्मल है नाम भी उत्थे बख्शिश भी उत्थे लिखी है। जोड़े जुड़ जाते हैं वो निर्मले हो जाते हैं आत्मक डोलता टिक जाते हैं। जिन्हों का मन ते तन नाम रंग विच रंगिया गया फिर की होएगा रसना रसन रसाए। कहते उन्होंने रसना तो भी फिर रस निकलता है। जिहदे अंदर नाम है गुरबाणी है कि रसना तो किसी को गाल कटेगा कि रसना तो फिका बोल बोलेगा कभी भी नहीं। जे अंदर सच है अंदर नाम है अंदर बाणी है तो रसना तो भी भले की गल करेगा। रसना तो किसी का बुरा नहीं मंगेगा भैड़े बोल नहीं बोलेगा किसी को गाल नहीं कटेगा। जे अंदर खजाना है तो मथे तो प्रगट हो जाता है रसना तो प्रगट हो जाता है। महाराज कहते अंदर मन से तन नाम रंग च रंगिया गया तो रसना तो होना वो सरबत का बड़ा मंगता है मिठे बोल बोलता है। तो रसना ये बड़ी वड्डी गुरमुख गारू की बख्शिश होती जिसकी रसना की मिठास है प्यार है। धन भी किसी को ना हो तो बोल ही इन्ने वधिया मिठे बोलते दूसरे का प्रभाव कबूल कर लेता है। दूसरे मनुख चंगा लगता चंगा बोलने वाला मनुख सारिਆਂ ਨੂੰ
ਚੰਗਾ ਲੱਗਦਾ। ਮਹਾਰਾਜ ਕਹਿੰਦੇ ਰਸਨਾ ਤੋਂ ਕੋਈ ਨਾਮ ਵਸਦਾ ਹੈ ਜੀ। ਨਾਨਕ ਰੰਗ ਨਾਇਕ ਰੈ। ਜਿਹੜਾ ਨਾਮ ਦਾ ਰੰਗ ਇਹਨਾਂ ਕਦੇ ਉਤਰਦਾ ਨਹੀਂ, ਰਾਮ ਰੰਗ ਕਦੇ ਉਤਰਦਾ ਜਾਏ। ਦੂਸਰੇ ਰੰਗ ਕਈ ਵਾਰੀ ਕੱਚੇ ਹੁੰਦੇ, ਇਹਨੂੰ ਮਜੀਠੇ ਦਾ ਰੰਗ ਕਿਹਾ, ਇੱਕ ਹੁੰਦਾ ਕੁਸੁਮ ਦਾ ਰੰਗ, ਉਹ ਕੱਚਾ ਹੁੰਦਾ, ਉਹ ਉਤਰ ਜਾਂਦਾ ਹੈ। ਰਾਮ ਰੰਗ ਕਦੇ ਉਤਰਨਾ ਚਾਹੀਦਾ। ਲਾਲ ਰੰਗ ਕੀ ਸੁਭੋ ਲੱਗਾ, ਜਿਸ ਕੀ ਵਡਭਾਗਾ ਮੈਲਾ ਕਦੇ ਨਾ ਹੋ ਗਈ ਨਹਿ ਲੱਗੇ ਦਾਗਾ। ਇੱਕ ਤੇ ਹੋਰੇ ਕਿਤੇ ਦਾਗ ਨਹੀਂ ਲੱਗਦਾ, ਇੱਕ ਮੈਲ ਨਹੀਂ ਲੱਗਦੀ, ਤੇ ਉਤਰਦਾ ਨਹੀਂ ਹੈ। ਨਾਮ ਦਾ ਰੰਗ ਇੰਨਾ ਗੂੜਾ ਚੜ ਜਾਂਦਾ ਹੈ। ਜਿਹੜਾ ਹਰ ਨੇ ਧੁਰ ਤੋਂ ਹੀ ਲਾ ਕੇ ਰੰਗ ਭੇਜਿਆ, ਉਹ ਕਦੇ ਉਤਰਦਾ ਨਹੀਂ। ਇੱਕ ਤਾਂ ਹੈਗਾ ਵੀ ਕਈ ਰੰਗੇ ਹੀ ਆਉਂਦੇ ਆ ਜੀ, ਰਤੀਆਂ ਰੂਹਾਂ ਸੰਸਾਰ ਤੇ ਆਉਂਦੀਆਂ, ਕਈਆਂ ਨੂੰ ਰੰਗ ਚੜਾਉਣਾ ਪੈਂਦਾ ਹੈ ਆਪਣੇ ਆਪ ਨੂੰ ਟਿਕਾ ਕੇ। ਉਹ ਫਿਰ ਇੱਥੇ ਜਪ ਕੇ ਉਹ ਸਹਿਜੇ ਸਹਿਜੇ ਜਪਦੇ ਨੇ। ਰੰਗ ਲਾਗਤ ਹੈ। ਪਹਿਲਾਂ ਗੁਆਂਢੀਆਂ ਨੂੰ ਲੱਗਾ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਵੀ ਜਾਇਆ ਕਰੋ, ਉਹ ਸਹਿਜੇ ਸਹਿਜੇ ਆਉਂਦੇ ਰਹੇ, ਉਹਨਾਂ ਨੂੰ ਰੰਗ ਲੱਗ ਗਿਆ, ਉਹਨਾਂ ਨੂੰ ਗਾਂ ਹੋਰ ਗੁਆਂਢੀਆਂ ਨੂੰ ਲੱਗ ਗਿਆ। ਉਹ ਫਿਰ ਇੱਕ ਨਾਲ ਰੰਗਦੇ ਜਾਂਦੇ ਇੱਕ ਦੂਸਰੇ ਦੇ ਨਾਲ ਲੱਗ ਕੇ, ਤੇ ਇਸ ਤਰ੍ਹਾਂ ਫਿਰ ਉਹ ਰੱਬ ਦੇ ਘਰ ਇੱਕ ਦਿਨ ਪ੍ਰਵਾਨ ਹੋ ਜਾਂਦੇ ਹਨ। ਗੁਰੂ ਕਿਰਪਾ ਕਰਦਾ ਹੈ ਕਿ ਜੀਵ ਭਗਤੀ ਕਰਦਾ ਹੈ। ਬੇਨ ਗੁਰ ਭਗਤ ਨਾ ਹੋਈ, ਗੁਰੂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਵੀ ਵਿਚਾਰ ਆਪਾਂ ਕਰ ਚੁੱਕੇ। ਜਿਹੜਾ ਗੁਰਦੁਆਰੇ ਨੇ ਆਉਂਦਾ ਉਹ ਭਗਤ ਵੀ ਨਹੀਂ ਹੈ, ਜਿਹੜਾ ਗੁਰਦੁਆਰੇ ਨੇ ਆਉਂਦਾ ਗੁਰਮੁਖ ਵੀ ਨਹੀਂ ਹੈ। ਭਗਤੀ ਗੁਰੂ ਰਾਹੀਂ ਹੁੰਦੀ ਹੈ। ਗੁਰੂ ਬਖਸ਼ਿਸ਼ ਕਰੇ ਤਾਂ ਮਹਾਰਾਜ ਕਹਿੰਦੇ ਉਹ ਆਪੇ ਆਪਣੇ ਨਾਲ ਬਣਾ ਲੇ ਨਾ ਗੁਰੂ, ਤੇ ਬੂਝੇ ਮਨੁੱਖ ਸਮਝ ਲੈ ਤਾਂ ਨਿਰਮਲ ਹੋਵੇ ਸੋਈ। ਉਹ ਤਾਂ ਨਿਰਮਲ ਹੋਏਗਾ ਵੀ ਗੁਰੂ ਉਹਨੂੰ ਕੋਲ ਸੱਦ ਲੈ, ਤੇ ਗੁਰੂ ਦੀ ਗੱਲ ਨੂੰ ਮਨੁੱਖ ਸਮਝ ਲੈ, ਕਹਿੰਦੇ ਫਿਰ ਉਹ ਨਿਰਮਲ ਹੋ ਸਕਦਾ। ਗੁਰੂ ਸਾਹਿਬ ਨੇ ਸੱਦਿਆ ਤੇ ਸੱਦਿਆ ਤੇ ਇਸ ਵਾਸਤੇ ਆਏ, ਗੱਲ ਸੁਣੀ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਭਾਵੇਂ 100 ਗੇੜਾ ਆਪ ਜਾਓ, ਭਾਵੇਂ ਦਿਹਾੜੀ 'ਚ 100 ਗੇੜੇ ਮਾਰ ਲਓ, ਫਿਰ ਬਹੁਤਾ ਲਾਭ ਨਹੀਂ। ਉਹ ਆਪਣੇ ਨਾਲ ਮਿਲਾ ਕੇ ਫਿਰ ਉਹਨੂੰ ਸਮਝ ਦਿੰਦੇ, ਸੋਝੀ ਦਿੰਦੇ, ਗਿਆਨ ਦਿੰਦੇ, ਫਿਰ ਉਹ ਜੀਵ ਗਿਆਨ ਪ੍ਰਾਪਤ ਕਰਨ ਵਾਲਾ ਨਿਰਮਲ ਹੋ ਜਾਂਦਾ ਹੈ। ਉਹ ਹਰ ਜੀ ਉਹ ਸੱਚਾ ਹੈ, ਉਹਦੀ ਬਾਣੀ ਸੱਚੀ ਹੈ, ਤੇ ਸ਼ਬਦ ਰਾਹੀਂ ਉਹਦਾ ਮਿਲਾਪ ਹੁੰਦਾ ਹੈ। ਸ਼ਬਦ ਕੀ ਹੈ? ਗੁਰੂ। ਫਿਰ ਉਹੀ ਬਚਨ ਆ ਗਏ ਵੀ ਗੁਰੂ ਰਾਹੀਂ ਹੀ ਸੱਚ ਦੀ ਪ੍ਰਾਪਤੀ ਹੁੰਦੀ। ਸੱਚ ਪਰਮਾਤਮਾ ਹੈ, ਨਾਮ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਗੁਰੂ ਰਾਹੀਂ, ਗੁਰੂ ਦੇ ਦਰਵਾਜ਼ੇ ਰਾਹੀਂ ਅਸੀਂ 100 ਦਰ ਤੱਕ ਪਹੁੰਚ ਸਕਦੇ ਹਾਂ ਜੀ। ਮਹਾਰਾਜ ਕਹਿੰਦੇ ਭਾਈ ਭਗਤੀ ਤੋਂ ਹੀਣਾ ਮਨੁੱਖ ਕਿਉਂ ਸੰਸਾਰ 'ਚ ਆ ਗਿਆ ਵੀ, ਕਾਹੇ ਜਗ ਆਏ ਰਾਮ ਰਾਜ ਬਹੁਤ ਬੜੀ ਵਿਚਾਰ ਕੀਤੀ। ਮਹਾਰਾਜ ਕਹਿੰਦੇ ਭਗਤੀ ਤੋਂ ਹੀਣੇ ਆਈ ਕਿਉਂ ਸੰਸਾਰ ਦੇ, ਤੇ ਉਹਨਾਂ ਦੇ ਦਾਉਣ ਦਾ ਲਾਭ ਵੀ ਕੋਈ ਨਹੀਂ। ਇਹ ਵੀ ਨਾ ਬੰਦਾ ਇਹੋ ਜਿਹਾ ਭੈੜਾ ਜਿਹਾ ਜੀਵਨ ਜਿਉਂ ਕੇ ਜਾਂਦਾ, ਲੋਕ ਉਹਦੇ ਜਾਣ ਤੋਂ ਬਾਅਦ ਵੀ ਕਹਿੰਦੇ ਵੀ ਐਵੇਂ ਇਹ ਤੇ ਆਇਆ ਹੀ ਸੰਸਾਰ ਤੇ, ਜਾਂ ਕੋਈ ਮਨ ਨੂੰ ਅੱਜ ਦਾ ਨਸ਼ਾ ਕਰਨ ਲੱਗ ਪਿਆ ਤੇ ਆਪਾਂ ਵੇਖ ਕੇ ਕਹਿੰਦੇ ਨੇ ਵੀ ਇਹਦਾ ਹੁਣ ਜੀਵਨ ਵਿਅਰਥ ਹੀ ਹੈ। ਜਿਉਣੇ ਭਾਵੇਂ 1 ਸਾਲ ਕੱਢ ਦੇ, 2 ਕੱਢ ਦੇ, 4 ਸਾਲ ਕੱਢ ਦੇ, ਅੰਤ ਨੂੰ ਇਹਨੇ ਮਰਨਾ ਹੀ ਹੈ। ਤੂੰ ਆਏ ਦਾ ਇਹਦਾ ਕੋਈ ਇੱਥੇ ਕੋਈ ਮਤਲਬ ਨਹੀਂ ਹੈ ਵੀ ਆਇਆ ਜਾਂ ਨਾ ਆਇਆ। ਮਹਾਰਾਜ ਇਹੀ ਕਹਿੰਦੇ ਭਗਤੀ ਤੋਂ ਹੀਣਾ ਮਨੁੱਖ ਆਇਆ ਹੀ ਕਿਉਂ ਸੰਸਾਰ ਦੇ ਉੱਪਰ। ਜੇ ਆ ਕੇ ਪੂਰੇ ਗੁਰੂ ਦੀ ਸੇਵਾ ਹੀ ਨਹੀਂ ਕੀਤੀ ਹੈ, ਜੇ ਬੰਦਾ ਹੋ ਕੇ ਗੁਰ ਸੇਵਾ ਤੇ ਭਗਤ ਕਮਾਈ ਤਾਂ ਵੀ ਇਹ ਮਾਨਸ ਦੇਹੀ ਪਾਈ। ਜੇ ਮਨੁੱਖ ਬਣ ਕੇ ਭਗਤੀ ਦੀ ਕਮਾਈ ਨੇ ਕੀਤੀ, ਗੁਰੂ ਦੀ ਸੇਵਾ ਨੇ ਕੀਤੀ, ਫਿਰ ਆਇਆ ਹੀ ਕਿਉਂ? ਕਹਿੰਦੇ ਬਿਰਥਾ ਜਨਮ ਗਵਾ ਕੇ ਤੁਰ ਗਿਆ ਜੀ। ਨਾ ਪੂਰੇ ਗੁਰੂ ਦੀ ਸੇਵਾ ਕੀਤੀ, ਨਾ ਰੱਬ ਦੀ ਭਗਤੀ ਕੀਤੀ, ਜਨਮ ਵਿਅਰਥਾ। ਉਮਰ ਭਾਵੇਂ ਕਿਸੇ ਦੀ 100 ਸਾਲ ਦੀ ਹੋਵੇ, 100 ਸਾਲ ਹੀ ਵਿਅਰਥ ਹੈ। ਸਾਡੇ ਇਤਿਹਾਸ 'ਚ ਨਾ
ਨਿੱਕੇ ਨਿੱਕੇ ਬੱਚੇ ਆਪਣਾ ਜੀਵਨ ਕੁਰਬਾਨ ਕਰਦੇ ਆ। ਅਸੀਂ ਸਾਹਿਬਜ਼ਾਦਿਆਂ ਨੂੰ ਬਾਬਾ ਕਹਿੰਦੇ ਆ। ਬਾਬਾ ਕਿਉਂ? ਬਾਬਾ ਤੇ ਬਜ਼ੁਰਗ ਨੂੰ ਕਿਹਾ ਜਾਂਦਾ ਹੈ। ਉਹਨਾਂ ਕੋਲ ਗਿਆਨ ਹੀ ਅਕਾਲ ਸੀ, ਸਮਝ ਇੰਨੀ, ਸੂਝ ਇੰਨੀ ਹੈ, ਉਹਨਾਂ ਨੂੰ ਅਸੀਂ ਬਾਬਾ ਕਹਿ ਕੇ ਸਤਿਕਾਰ ਦਿੱਤਾ। ਤੇ ਕਈ ਬਾਬੇ ਜਿਹੜੇ ਨੇ ਵਿਅਰਥ ਜੀਵਨ ਜੇ ਜੋ ਵਿਚਾਰੇ ਆਚਾਰ ਦੀਆਂ ਪੰਕਤੀਆਂ ਕੰਠ ਤੇ ਸਾ ਲਿਆ, ਜਿਹਨੇ ਮਰਜ਼ੀ ਕਿਸੇ ਨੂੰ ਨਿਕਲ ਹੋਵੇ, ਜੇ ਗੁਰੂ ਦੀ ਸੇਵਾ ਨਹੀਂ ਹੈ, ਰੱਬ ਦੀ ਭਗਤੀ ਨਹੀਂ ਹੈ, ਮਹਾਰਾਜ ਕਹਿੰਦੇ ਜੜ ਬਿਰਥਾ ਗਵਾ ਜਾਂਦਾ ਹੈ। ਆਪੇ ਜਗ ਜੀਵਨ ਸੁਖ ਦਾਤਾ, ਆਪੇ ਬਖਸ਼ ਮਿਲਾਏ। ਉਹ ਆਪੇ ਸੰਸਾਰ ਨੂੰ ਜੀਵਨ ਦੇਣ ਵਾਲਾ, ਇਹਨੂੰ ਸੰਭਾਲਣ ਵਾਲਾ, ਜਿਹੜਾ ਸੁੱਖਾਂ ਦਾ ਦਾਤਾ, ਆਪੇ ਬਖਸ਼ਿਸ਼ ਕਰਕੇ ਜੀਵ ਨੂੰ ਆਪੇ ਹੀ ਆਪਣੇ ਨਾਲ ਬਣਾ ਦਿੰਦਾ। ਆ ਕਿਤੇ ਬਖਸ਼ਿਸ਼ ਵਰਤੇ ਨਾ ਜੀਵਨ ਮਿਲ ਜਾਂਦਾ। ਸਾਡਾ ਉਦਮ ਕਈ ਵਾਰੀ ਬਹੁਤਾ ਕੰਮ ਨਹੀਂ ਕਰਦਾ, ਰੱਬ ਨੂੰ ਮਿਲਣ ਖਾਸ ਕਰਕੇ। ਗੁਰੂ ਬਾਂਹ ਪਕੜ ਕੇ ਭਾਵੇਂ ਇੱਕ ਦਿਨ 'ਚ ਹੀ ਬਣਾ ਦੇ। ਕੋਈ ਪਹਿਲੇ ਦਿਨ ਆਇਆ ਨਹੀਂ ਮਿਲ ਸਕਦਾ, ਕੋਈ ਜਨਮਾਂ ਦਾ ਵਿਛੜਿਆ ਨਹੀਂ ਮਿਲਦਾ। ਇਹਦੇ ਬਖਸ਼ਿਸ਼ ਜਿਹਦੇ ਤੇ ਵਰਤਦੇ ਗੁਰੂ ਉਹਦੇ ਨਹੀਂ ਵਰਤਦੇ। ਵਿਛੜਿਆ ਮੇਰੇ ਪ੍ਰਭੂ ਹਾਦਰ ਗਏਗਾ, ਬਸੀਰ ਕੀ ਪਤਾ ਆਉਂਦੇ ਕਿਸੇ ਨੂੰ ਬਾਂਹ ਫੜ ਕੇ ਗੁਰੂ ਬੁਲਾ ਦੇ। ਜੇ ਨਹੀਂ ਤੇ ਸਾਡੀ ਜ਼ਿੰਦਗੀ ਵੀ ਗੁਰੂ ਘਾਲਣਾ ਘਾਲਦਾ, ਉਹਦਾ ਖਿਲਾਫ ਨਹੀਂ ਹੁੰਦਾ ਹੈ। ਜੰਤ ਇਹ ਕਿਆ ਵਿਚਾਰੇ, ਕਿਆ ਕੋ ਆਪ ਸੁਣਾਏ। ਜੀ ਜਗਤ ਵਿਚਾਰੇ ਕੀ ਨੇ, ਕਿਆ ਕੋਈ ਆਗ ਸੁਣਾਏ। ਕੀ ਆਗ ਸਕਦੇ ਨੇ, ਕੀ ਸੁਣਾ ਸਕਦੇ ਨੇ? ਆਪਾਂ ਕੁਝ ਨਹੀਂ, ਨਾ ਤੇ ਅਸੀਂ ਬੋਲ ਸਕਦੇ, ਕੋ ਆਖ ਸਕਦੇ ਹਾਂ, ਨਾ ਅਸੀਂ ਕਿਸੇ ਨੂੰ ਕੋਈ ਸੁਣਾ ਸਕਦੇ ਹਾਂ, ਨਾ ਅਸੀਂ ਸੁਣ ਸਕਦੇ ਹਾਂ। ਇਹ ਤੇ ਉਹਦੀ ਬਖਸ਼ਿਸ਼ ਵਰਤਦੇ। ਕਿਸੇ ਦਾ ਹੀ ਉਹ ਬੋਲ ਰਿਹਾ ਤੇ ਕਿਸੇ ਵਿੱਚ ਬੈਠਾ ਉਹ ਸੁਣ ਵੀ ਰਿਹਾ। ਅਸੀਂ ਕੁਝ ਵੀ ਨਹੀਂ, ਅਸੀਂ ਹੈ ਹੀ ਨਹੀਂ ਹੈ। ਇਹ ਗੱਲ ਸਾਨੂੰ ਸਮਝਣੀ ਪਏਗੀ ਵੀ ਅਸੀਂ ਨਹੀਂ ਹੈ। ਸਾਡੇ ਵਿੱਚ ਉਹ ਬੈਠਾ, ਉਹਦੀ ਸਤਿਆ ਕੰਮ ਕਰਦੇ, ਉਹ ਬੁਲਾ ਲਿਆ, ਉਹ ਬੋਲ ਲਿਆ। ਪੰਕਤੀ ਦਾਸ ਪੜ੍ਹਦਾ ਹੁੰਦਾ ਹੈ, ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕੰਮ ਨਾ ਹਮਾਰੀ। ਸਾਡੇ 'ਚ ਕੀ ਤਾਕਤ ਹੈ? ਹਾਂ, ਅਸੀਂ ਤੇਰੀ ਬਖਸ਼ਿਸ਼ ਦੁਆਰਾ ਮਿਲ ਕੇ ਸਾਧ ਸੰਗਤ ਨਾਨਕ ਜਸ ਗਾਇਓ। ਅਸੀਂ ਸੰਗਤ 'ਚ ਬੈਠ ਕੇ ਤੈਨੂੰ ਗਾ ਸਕਦੇ ਹਾਂ। ਤੂੰ ਗਵਾ ਰਿਹਾ ਸਭ, ਜਪਾ ਰਿਹਾ, ਸੁਣਾ ਰਿਹਾ, ਤੇ ਤੇਰੀ ਬਖਸ਼ਿਸ਼ ਵਰਤਦੀ ਹੈ। ਸਾਡੇ ਹੱਥ ਕੁਝ ਨਹੀਂ। ਜੀ ਜਗਤ ਇਹ ਕਿਆ ਵਿਚਾਰੇ, ਕਿਆ ਕੋ ਆਗ ਸੁਣਾਏ। ਕੀ ਆਖ ਸਕਦੇ, ਕੀ ਸੁਣਾ ਸਕਦੇ, ਕੀ ਸੁਣ ਸਕਦੇ ਹਨ? ਆਪੇ ਦੇਵ ਨਾਹੀ, ਆਪੇ ਸੇਵਕ ਰਾਏ। ਗੁਰਮੁਖਾਂ ਨੂੰ ਆਪੇ ਵਡਿਆਈ ਦੇ ਦਿੰਦਾ ਤੇ ਆਪੇ ਸੇਵਕ ਦਾ ਆਪਣੇ ਆਪੇ ਹੀ ਸੇਵਾ ਕਰਾ ਲੈਂਦਾ। ਅਸੀਂ ਸੇਵਾ ਵੀ ਨਹੀਂ ਆਪਣੀ ਮਰਜ਼ੀ ਨਾਲ ਕਰ ਸਕਦੇ। ਉਹ ਨਾ ਕਿਤੇ ਮਨ ਬਣਾਓ ਕਿ ਸੇਵਾ ਕਰਨੀ ਹੈ ਤੇ ਤੁਸੀਂ ਨਹੀਂ ਕਰ ਸਕੋਗੇ। ਉਹ ਕਰਾਏਗਾ ਤੇ ਤੁਹਾਡਾ ਮਨ ਨਾ ਵੀ ਹੋਏਗਾ, ਉਹਨੇ ਸੇਵਾ ਕਰਾ ਲੈਣਾ। ਸਾਡੇ ਮਨ ਦੀ ਵਸਤ ਹੈ। ਮੰਨ ਲਓ ਆਪਾਂ ਕਿਤੇ ਜਾ ਰਹੇ ਹਾਂ, ਅਸੀਂ ਕੁਝ ਵੇਖਿਆ, ਤੁਹਾਡੇ ਮਨ 'ਚ ਫੁਰਨਾ ਬਣਿਆ ਵੀ ਇਹਦੀ ਥੋੜ੍ਹੀ ਜਿਹੀ ਮਦਦ ਕਰ ਦੇਣੀ ਚਾਹੀਦੀ ਹੈ। ਨਾਲ ਦੀ ਨਾਲ ਨਹੀਂ, ਮਨ ਬਦਲ ਗਿਆ। ਬਾਬਾ ਨੂੰ ਉਹ ਸੋਚ ਜਾਂਦੇ ਦੂਸਰੇ ਪਾਸੇ, ਬਾਬਾ ਕੀ ਲੈਣਾ, ਚਲੋ ਤੁਸੀਂ ਘਰੇ ਚਲੇ ਗਏ। ਮੇਰੇ ਨਾਲ ਹੋਇਆ, ਮੈਂ ਆਪ ਤੁਸੀਂ ਕਿਤੇ ਹੱਡ ਬੀਤੀ ਸਾਰਿਆਂ ਨਾਲ ਹੁੰਦੀ, ਤੁਸੀਂ ਘਰੇ ਚਲੇ ਗਏ, ਕੋਲੋਂ ਲੰਘੇ, ਮਨ ਕੀਤਾ ਇਹਦੀ ਮਦਦ ਕਰਨੀ ਚਾਹੀਦੀ ਹੈ। ਤੁਸੀਂ ਅੱਗੇ ਚਲੇ ਗਏ, ਨਹੀਂ ਕਰਨੀ ਚਾਹੀਦੀ। ਘਰੋਂ ਫਿਰ ਤੁਸੀਂ ਇੱਕ ਮੇਰੀ ਗੱਡੀ 'ਚ ਉਤਰੇ ਕਿਸੇ ਚੀਜ਼ 'ਤੇ, ਫਿਰ ਤੁਸੀਂ ਘਰੋਂ ਚੇਚੇ ਵਾਪਸ ਆਏ ਸੇਵਾ ਕਰਨ ਵਾਸਤੇ, ਨਹੀਂ ਮੈਨੂੰ ਜਾਣਾ ਚਾਹੀਦਾ ਵਾਪਸ। ਉਹ ਕੀ ਹੋਇਆ? ਉਹ ਅਸੀਂ ਸੇਵਾ ਕੀਤੀ ਤੇ ਉਹਨੇ ਸੇਵਾ ਕਰਵਾ ਲਈ। ਉਹਨੇ ਫਿਰ ਇੱਕ ਮੁੰਡਾ ਬਣਾਇਆ, ਕਹਿੰਦਾ ਚੱਲ ਵੀ ਤੈਨੂੰ ਵਾਪਸ ਜਾਣਾ ਚਾਹੀਦਾ। ਤੇਰੀ ਲੋੜ ਹੈ ਉਸ ਬੰਦੇ ਨੂੰ, ਤੈਨੂੰ ਮਦਦ ਕਰਨੀ ਚਾਹੀਦੀ ਹੈ। ਫਿਰ ਤੁਸੀਂ ਸੇਵਾ ਕੀਤੀ ਨੂੰ, ਸੇਵਾ ਕਰਵਾਈ ਹੈ ਵਾਹਿਗੁਰੂ ਨੇ। ਸਾਡੇ ਕੋਲ ਕੁਝ ਵੀ ਨਹੀਂ ਹੈ, ਜੇ ਤੁਸੀਂ ਕੁਝ ਕਰ ਰਹੇ ਹੋ ਨਾ, ਤੁਹਾਡੇ ਤੋਂ ਕਰਵਾ ਲਿਆ। ਸਾਡਾ ਕੀ ਅਸੀਂ ਜਿਹੜਾ ਨਾਲ ਲੈ ਕੇ ਆਏ ਹਾਂ, ਕੁਝ ਜਿਹੜਾ ਖਿਲਾ ਰਿਹਾ ਉਹਦਾ ਦਿੱਤਾ, ਉਹ ਆਪ ਸੇਵਾ ਕਰਵਾਉਂਦਾ ਹੈ। ਇੱਥੇ ਮਹਾਰਾਜ ਨੇ ਇਹੀ ਬਚਨ ਕਹੇ ਨੇ, ਗੁਰਮੁਖ ਆਪੇ ਦੇ ਵਡਿਆਈ। ਤੇ ਸੇਵਾ ਕਰਨ ਵਾਲਿਆਂ ਨੂੰ ਫਿਰ ਕੀ ਹੋਏਗਾ? ਵਡਿਆਈ ਮਿਲੇਗੀ। ਵੇਖਣ ਦੇ ਚਾਰ ਸਰੀਰ ਭਾਈ ਇਹਨੇ ਇਹਦੀ ਮਦਦ ਕੀਤੀ ਹੈ, ਇਹਨੇ ਭਲਾ ਕਰਮ ਕੀਤਾ, ਤੇ ਫਿਰ ਵਡਿਆਈ ਵੀ ਨਾਲ ਦੀ ਨਾਲ ਹੁੰਦੀ ਹੈ। ਸੇਵਾ ਕਰਨ ਵਾਲਿਆਂ ਦੇ ਭਾਈ ਚੰਗੇ ਕਰਮ ਕਰਦੇ, ਲੋੜਵੰਦਾਂ ਦੀ ਮਦਦ ਕਰਦਾ।
ਆ ਕੱਲ੍ਹ ਪਰਸੋਂ ਇੱਕ ਵੀਡੀਓ, ਇੱਕ ਐਕਟਰ ਆ ਉਹ ਮੋਗੇ ਦਾ, ਤੇ ਉਹ ਨਾ ਵਿਖਾ ਰਹੇ ਹਨ ਵੀ ਲਾਈਨ 'ਚ ਲੱਗੇ ਨੇ ਗਰੀਬ ਲੋਕ, ਤੇ ਉਹ ਜਿਹੜਾ ਪੱਤਰਕਾਰ ਬੋਲ ਰਿਹਾ ਸੀ ਕਹਿੰਦਾ ਵੀ ਹੌਸਪੀਟਲ ਨਹੀਂ ਹੈ, ਵੀ ਗਰੀਬ ਲੋਕ ਲਾਈਨ 'ਚ ਲੱਗੇ ਆ। ਉਹਨੇ ਫਿਰ ਵਿਖਾਇਆ ਵੀ ਐਕਟਰ ਕਮਰੇ 'ਚ ਆਉਂਦਾ ਹੈ ਤੇ ਲੋਕ ਉਹਨਾਂ ਨੂੰ ਦੱਸਦੇ ਨੇ ਸਾਨੂੰ ਆਹ ਬਿਮਾਰੀ ਆ, ਬਿਮਾਰੀ ਦੇ ਪੈਸੇ ਦਿੰਦਾ ਸਾਰਿਆਂ ਨੂੰ, ਤੁਸੀਂ ਇੱਥੇ ਇਲਾਜ ਕਰਾ ਲਓ, ਇਲਾਜ ਕਰਾ ਲਓ। ਤੇ ਉਹ ਜਿਹੜੀਆਂ ਗਰੀਬ ਬੀਬੀਆਂ ਕਹਿ ਰਹੀਆਂ ਸਨ ਵੀ ਇਸ ਉਹਦਾ ਨਾਮ ਸ਼ਾਇਦ ਸੋਨੂੰ ਸੂਦ, ਉਹ ਕਹਿੰਦੀਆਂ ਵੀ ਇਹੋ ਜਿਹਾ ਹਰੇਕ ਸਟੇਟ 'ਚ ਬੰਦਾ ਹੋਣਾ ਚਾਹੀਦਾ ਹੈ। ਤੇ ਉਹਨੇ ਫਿਰ ਭਾਵੁਕ ਹੋ ਕੇ ਗੱਲ ਕਹੀ, ਕਹਿੰਦੇ ਮੈਂ ਸਾਰਿਆਂ ਵਾਸਤੇ ਆ ਜਾਣਾ ਜਿੱਥੇ ਵੀ ਕੋਈ ਬੈਠਾ, ਇਹ ਨਹੀਂ ਹੈਗਾ ਵੀ ਮੈਂ ਇੱਥੇ ਮਦਦ ਕਰਦਾ ਉੱਥੇ ਨਹੀਂ ਕਰਾਂਗਾ, ਮੈਂ ਸਾਰਿਆਂ ਵਾਸਤੇ ਰੱਬ ਕਰਵਾ ਲਿਆ, ਮੇਰੇ ਕੋਲ ਕੁਝ ਵੀ ਨਹੀਂ ਹੈ। ਹੌਸਪੀਟਲ ਦੀ ਤਰ੍ਹਾਂ ਲੋਕ ਉਹਦੇ ਘਰੇ ਲਾਈਨ 'ਚ ਲੱਗ ਕੇ ਖੜ੍ਹਦੇ ਆ ਵੀ ਉਹ ਆਏ ਆ ਕਿ ਉਹ ਖਾਲੀ ਨਹੀਂ ਮੋੜੇਗਾ, ਉਹ ਕੁਝ ਨਾ ਕੁਝ ਦੇ ਕੇ ਤੋਰੇਗਾ, ਉਹਨੂੰ ਪਤਾ ਹੈ ਵੀ ਕਿੰਨੇ 'ਚ ਕਿਹਦਾ ਇਲਾਜ ਹੁੰਦਾ। ਇਹੋ ਜਿਹੀਆਂ ਵੀ ਰੂਹਾਂ ਸੰਸਾਰ 'ਤੇ ਹੈ ਜਿਹੜਾ ਕਿਸੇ ਦੀ ਮਦਦ ਕਰਦਾ। ਉਹ ਵੀ ਕਹਿੰਦੇ ਵੀ ਤਲਵਾਰ ਹੈ, ਅਸੀਂ ਕੁਝ ਨਹੀਂ ਕਰ ਸਕਦੇ ਆ। ਇੱਥੇ ਮਹਾਰਾਜ ਇਹੀ ਗੱਲ ਕਹਿੰਦੇ ਵੀ ਉਹ ਆਪ ਹੀ ਬਖਸ਼ਿਸ਼ ਕਰਦਾ ਹੈ ਜੀ, ਉਹਦੀ ਫਿਰ ਸ਼ੋਭਾ ਵੀ ਕਰਵਾ ਦਿੰਦਾ ਹੈ। ਕਹਿੰਦੇ ਕੁਟੰਬ ਨੂੰ ਵੇਖ ਕੇ ਬੰਦਾ ਬੋਝ ਨਿਭਾਇਮਾਨ ਹੋ ਜਾਂਦਾ ਹੈ ਕਿ ਆਪਾਂ ਪਰਿਵਾਰ ਨੂੰ ਕਿੰਨਾ ਪਿਆਰਾ, ਧਨ ਪਿਆਰਾ। ਉਹ ਮਹਾਰਾਜ ਨੇ ਬਚਨ ਕਹੇ, ਗੁਰੂ ਅਮਰਦਾਸ ਮਹਾਰਾਜ ਨੇ ਉਹ ਕੁਟੰਬ ਨੂੰ ਜੇ ਦੇਖਦਾ ਚੱਲੇ ਨਾ ਤੇਰੇ ਨਾਲੇ ਸਾਥ ਤੇਰੇ ਚੱਲੇ ਨਾ ਇਸ ਨਾਲ ਕੋ ਚਿਤ ਲਾਈਏ ਐਸਾ ਕੰਮ ਤੇ ਨਾ ਕੀਚੈ ਤੇ ਤੰਤ ਪਛਤਾਈਏ। ਤੇ ਮਹਾਰਾਜ ਕਹਿੰਦੇ ਕੁਟੰਬ ਨੂੰ ਵੇਖ ਕੇ ਅਸੀਂ ਬੋਝ ਤੇ ਫਸ ਜਾਂਦੇ ਹਾਂ, ਪਰ ਚੱਲਦਿਆਂ ਨਾਲ ਨਾ ਜਾਈ, ਜਦੋਂ ਜਾਵਾਂਗੇ ਕਿਸੇ ਚੀਜ਼ ਨੇ ਸਾਡੇ ਨਾਲ ਨਹੀਂ ਜਾਣਾ ਹੈ। ਸਤਿਗੁਰਾਂ ਦੀ ਸੇਵਾ ਕਰਕੇ ਗੁਣਾਂ ਦੇ ਖਜ਼ਾਨੇ ਰੱਬ ਨੂੰ ਪ੍ਰਾਪਤ ਕਰ ਲਿਆ ਜੀ। ਇਹਦੀ ਬਖਸ਼ਿਸ਼ ਦੀ ਕੋਈ ਕੀਮਤ ਨਹੀਂ ਪਾ ਸਕਦਾ ਹੈ। ਉਹ ਹਰ ਪ੍ਰਭ ਵੀ ਮੇਰਾ ਸਖਾ ਤੇ ਮੇਰਾ ਮਿੱਤਰ ਹੈ। ਅੰਤ ਨੂੰ ਉਹ ਸੁਖ ਦੇਣ ਵਾਲਾ ਹੈ, ਮੇਰੀ ਮਦਦ ਸਹਾਇਤਾ ਕਰਨ ਵਾਲਾ ਹੈ। ਜਿਹੜਾ ਆਪਣੇ ਮਨ ਚਿੱਤ 'ਚ ਕਹਿੰਦਾ ਕਹਾਉਂਦਾ ਹੈ ਵੀ ਮੈਂ ਆਪਣੇ ਨੂੰ ਤਿਆਗ ਦਿੱਤਾ, ਮੈਂ ਚੰਗਾ। ਮਹਾਰਾਜ ਕਹਿੰਦੇ ਆਪਣੇ ਆਪ ਚੰਗਾ ਨਹੀਂ ਬਣਿਆ ਜਾ ਸਕਦਾ, ਗੁਰੂ ਤੋਂ ਬਗੈਰ ਬੰਦੇ ਦੇ ਅੰਦਰੋਂ ਹਉਮੈ ਨਹੀਂ ਜਾਂਦੀ ਹੈ। ਉਹ ਦਾਤਾ ਹੀ ਭਗਤਾਂ ਨੂੰ ਪਿਆਰ ਕਰਨ ਵਾਲਾ, ਭਗਤੀ ਦਾ ਦਾਨ ਦੇਣ ਵਾਲਾ, ਭਗਤਾਂ ਦੀ ਰੱਖਿਆ ਕਰਨ ਵਾਲਾ ਹੈ। ਉਹ ਕਿਰਪਾ ਕਰਕੇ ਨਾਮ ਮਨ 'ਚ ਵਸਾ ਦਿੰਦਾ ਹੈ। ਉਹ ਵਾਹਿਗੁਰੂ ਕਿਰਪਾ ਕਰਦਾ ਇੱਕ ਤੇ ਸ਼ੋਭਾ ਦੇ ਦਿੰਦਾ ਜੀਵ ਨੂੰ, ਇੱਕ ਸੁਰਤ ਦੇ ਦਿੰਦਾ, ਜਪਣ ਵਾਲੀ ਸੁਰਤ। ਇੱਕ ਸ਼ੋਭਾ, ਇੱਕ ਜਪਾਂਗੇ ਕਿਵੇਂ, ਇਹ ਗਿਆਨ, ਇਹ ਬੁੱਧੀ, ਇਹ ਸੁਰਤ, ਇਹ ਮਤ ਦੇ ਦਿੰਦਾ ਹੈ। ਉਹ ਆਪੇ ਗੁਰਮੁਖਾਂ ਨੂੰ ਫਿਰ ਵਡਿਆਈ ਦਿੰਦੇ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਚੁੱਕਦਾ ਚੁੱਕਾਂ ਦੀ ਕਿਰਪਾ ਸਮੂਹ ਸੰਗਤ ਦਾ ਧੰਨਵਾਦ ਜੀ। ਇਹਨਾਂ ਸਥਾਨਾਂ ਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ ਜੀ। ਚੱਲਦੀਆਂ ਸੇਵਾਵਾਂ ਦੇ ਵਿੱਚੋਂ ਜੋ ਸਰੋਵਰ ਸਾਹਿਬ ਦੀ ਸੇਵਾ ਚੱਲ ਰਹੀ ਹੈ, ਸੇਵਾ 'ਚ ਹਿੱਸੇ ਪਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।